ਉਤਪਤ ਅਧਿਆਇ 48। ਇਨ੍ਹਾਂ ਗੱਲਾਂ ਦੇ ਪਿੱਛੋਂ ਯੂ ਹੋਇਆ ਕਿ ਕਿਸੇ ਨੇ ਯੂਸੁਫ ਨੂੰ ਆਖਿਆ, ਵੇਖੋ ਤੁਹਾਡਾ ਪਿਤਾ ਬਿਮਾਰ ਹੈ। ਤਾਂ ਉਸਨੇ ਆਪਣੇ ਦੋਹਾਂ ਪੁੱਤਰਾਂ ਮਨਸਾ ਔਰ ਇਫਰਾਇਮ ਨੂੰ ਆਪਣੇ ਸੰਗ ਲਿਆ। ਕਿਸੇ ਨੇ ਯਾਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤਰ ਯੂਸੁਫ ਤੁਹਾਡੇ ਕੋਲ ਆਉਂਦਾ ਹੈ। ਤਾਂ ਇਸਰਾਏਲ ਆਪਣੇ ਤਾਈ ਤਕੜਾ ਕਰਕੇ ਆਪਣੇ ਮੰਜੇ ਉੱਤੇ ਬੈਠ ਗਿਆ। ਯਾਕੂਬ ਨੇ ਯੂਸੁਫ ਨੂੰ ਆਖਿਆ, ਸਰਵਸ਼ਕਤੀਮਾਨ ਪਰਮੇਸ਼ਰ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋਲ ਦਰਸ਼ਨ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ ਔਰ ਮੈਨੂੰ ਆਖਿਆ, ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਔਰ ਤੈਨੂੰ ਢੇਰ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਮਗਰੋਂ ਇਹ ਦੇਸ਼ ਸਦਾ ਲਈ ਤੇਰੀ ਅੰਸ਼ ਦੀ ਮਿਲਕ ਕਰਾਂਗਾ। ਹੁਣ ਤੇਰੇ ਦੋ ਪੁੱਤਰ ਜਿਹੜੇ ਤੇਤੋਂ ਮਿਸਰ ਦੇਸ਼ ਵਿੱਚ ਮੇਰੇ ਮਿਸਰ ਵਿੱਚ ਤੇਰੇ ਕੋਲ ਆਉਣ ਤੋਂ ਪਹਿਲਾਂ ਜੰਮੇ ਮੇਰੇ ਹਨ। ਰੂਬਨ ਔਰ ਸਿਮਿਓਨ ਵਾਂਗੂ ਇਫਰਾਇਮ ਔਰ ਮਨਸਾ ਮੇਰੇ ਹਨ ਅਤੇ ਉਹਨਾਂ ਦੇ ਪਿੱਛੋਂ ਜਿਹੜੀ ਅੰਸ਼ ਤੇਤੋਂ ਜੰਮੇਗੀ ਉਹ ਤੇਰੀ ਹੋਵੇਗੀ। ਉਹ ਆਪਣੀ ਮਿਲਕ ਵਿੱਚ ਆਪਣੇ ਭਰਾਵਾਂ ਦੇ ਨਾਂ ਤੋਂ ਪੁਕਾਰੀ ਜਾਵੇਗੀ। ਮੈਂ ਜਦ ਬਦਨ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਜਾਂ ਅਫਰਾਤ ਤੋੜੀ ਦੂਰ ਰਹਿ ਗਿਆ। ਕਨਾਨ ਦੇ ਦੇਸ਼ ਵਿੱਚ ਰਾਕੇਲ ਮੇਰੇ ਕੋਲ ਮਰ ਗਈ ਔਰ ਮੈਂ ਉਸ ਨੂੰ ਉੱਥੇ ਹੀ ਅਫਰਾਤ ਦੇ ਰਸਤੇ ਵਿੱਚ ਦੱਬ ਦਿੱਤਾ। ਇਹੋ ਹੀ ਬੇਤਲਹਿਮ ਹੈ। ਫਿਰ ਇਸਰਾਏਲ ਨੇ ਯੂਸੁਫ ਦੇ ਪੁੱਤਰਾਂ ਨੂੰ ਵੇਖ ਕੇ ਆਖਿਆ, ਇਹ ਕੌਣ ਹਨ? ਯੂਸੁਫ ਨੇ ਆਪਣੇ ਪਿਤਾ ਨੂੰ ਆਖਿਆ, ਇਹ ਮੇਰੇ ਪੁੱਤਰ ਹਨ ਜਿਹੜੇ ਪਰਮੇਸ਼ਰ ਨੇ ਮੈਨੂੰ ਇਤੋਂ ਦਿੱਤੇ। ਉਸ ਆਖਿਆ, ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਮੈਂ ਉਹਨਾਂ ਨੂੰ ਬਰਕਤ ਦਿਆਂਗਾ। ਪਰ ਇਸਰਾਏਲ ਦੀਆਂ ਅੱਖਾਂ ਬੁਰਤ ਹੋਣ ਦੇ ਕਾਰਨ ਧੁੰਦਲੀਆਂ ਹੋ ਗਈਆਂ ਸਨ ਜੋ ਉਹ ਵੇਖ ਨਾ ਸਕਿਆ ਅਤੇ ਉਹ ਉਹਨਾਂ ਨੂੰ ਉਸਦੇ ਕੋਲ ਲਿਆਇਆ। ਤਾਂ ਉਸਨੇ ਉਹਨਾਂ ਨੂੰ ਦੱਸਿਆ ਅਤੇ ਉਹਨਾਂ ਨੂੰ ਗਲ ਲਾਇਆ ਔਰ ਇਸਰਾਏਲ ਨੇ ਯੂਸੁਫ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸਾ ਨਹੀਂ ਸੀ, ਪਰ ਵੇਖ ਤੇਰੀ ਅੰਸ਼ ਵੀ ਪਰਮੇਸ਼ਰ ਨੇ ਮੈਨੂੰ ਵਿਖਾਲ ਦਿੱਤੀ ਹੈ। ਤਾਂ ਯੂਸੁਫ ਨੇ ਉਹਨਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਔਰ ਆਪਣਾ ਮੂੰਹ ਧਰਤੀ ਤੀਕ ਨਿਵਾਇਆ ਅਤੇ ਯੂਸੁਫ ਨੇ ਉਹਨਾਂ ਦੋਹਾਂ ਨੂੰ ਲਿਆ, ਇਫਰਾਇਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ ਔਰ ਮਨਸਾ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਔਰ ਉਸ ਦੇ ਨੇੜੇ ਕੀਤਾ। ਤਾਂ ਇਸਰਾਏਲ ਨੇ ਆਪਣਾ ਸੱਜਾ ਹੱਥ ਲੰਮਾ ਕਰਕੇ ਇਫਰਾਇਮ ਦੇ ਸਿਰ ਉੱਤੇ ਜਿਹੜਾ ਨਿੱਕਾ ਪੁੱਤਰ ਸੀ ਧਰਿਆ ਔਰ ਆਪਣਾ ਖੱਬਾ ਹੱਥ ਮਨਸਾ ਦੇ ਸਿਰ ਉੱਤੇ ਉਸ ਜਾਣ ਪੁੱਛ ਕੇ ਆਪਣੇ ਹੱਥ ਯੂੰ ਧਰੇ ਕਿਉਂ ਜੋ ਮਨਸਾ ਪਲੋਟਾ ਸੀ। ਔਰ ਉਸਨੇ ਯੂਸੁਫ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ਰ ਜਿਸ ਦੇ ਸਨ ਮੁਖ ਮੇਰਾ ਪਿਤਾ ਅਬਰਾਹਮ और इसहाक चलते रहे और ओ परमेश्वर जिसने जीवन पर अज दे दिन तक मेरी पालना कीती, वो दूत जेड़ा सारी बुराई तो मेरा छुड़ाउन वाला है, सो इन्ना मुंडियां नू बरकत देवे और उन्हां नू मेरा नाव और मेरे पिता अब्राहम और इसहाक दे नाव तो बुलाया जावे और वो धरती उत्ते एक वड्डा दल बन जान। ਜਾਂ ਯੂਸੁਫ ਨੇ ਵੇਖਿਆ ਕਿ ਮੇਰਾ ਪਿਤਾ ਨੇ ਆਪਣਾ ਸੱਜਾ ਹੱਥ ਇਫਰਾਇਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਿਗਾਹ ਵਿੱਚ ਇਹ ਬੁਰਾ ਲੱਗਾ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਫੜ ਲਿਆ ਤਾਂ ਜੋ ਇਫਰਾਇਮ ਦੇ ਸਿਰ ਤੋਂ ਹਟਾ ਕੇ ਮਨਸਾ ਦੇ ਸਿਰ ਉੱਤੇ ਧਰੇ। ਔਰ ਯੂਸੁਫ ਨੇ ਆਪਣਾ ਪਿਤਾ ਨੂੰ ਆਖਿਆ, ਪਿਤਾ ਜੀ यूं नहीं क्यों जो वो पलोटा है, अपना सज्जा हथ उसदे सिर उत्ते धर
ਪਰ ਉਸਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ ਮੇਰੇ ਪੁੱਤਰ, ਮੈਂ ਜਾਣਦਾ ਹਾਂ ਇਸ ਤੋਂ ਵੀ ਇੱਕ ਕੌਮ ਹੋਵੇਗੀ ਔਰ ਇਹ ਵੀ ਵੱਡਾ ਹੋਵੇਗਾ, ਪਰ ਉਸ ਦਾ ਨਿੱਕਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਔਰ ਉਸ ਦੀ ਅੰਸ਼ ਤੋਂ ਢੇਰ ਸਾਰੀਆਂ ਕੌਮਾਂ ਹੋਣਗੀਆਂ। ਅਤੇ ਉਸਨੇ ਉਸੇ ਦਿਨ ਉਹਨਾਂ ਨੂੰ ਬਰਕਤ ਦੇ ਆਖਿਆ ਕਿ ਇਸਰਾਏਲ तेरे द्वारा यूं आख के बरकत दिया करेगा कि परमेश्वर तेनू इफ्राइम और मनसा वर्गा रखे। सो उसने इफ्राइम नु मनसा नालों अगे रखिया ਅਤੇ ਇਸਰਾਏਲ ਨੇ ਯੂਸੁਫ ਨੂੰ ਆਖਿਆ, ਵੇਖੋ ਮੈਂ ਮਰਨ ਵਾਲਾ ਹਾਂ, ਪਰ ਪਰਮੇਸ਼ਰ ਤੁਹਾਡੇ ਸੰਗ ਹੋਵੇਗਾ ਔਰ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ਼ ਵਿੱਚ ਮੁੜ ਲਿਆਵੇਗਾ ਔਰ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਪਹਾੜੀ ਇਲਾਕਾ ਦਿੱਤਾ ਹੈ, ਜਿਹੜਾ ਮੈਂ ਆਪਣੇ ਤੇਗ ਅਤੇ ਤਨੂਕ ਨਾਲ ਅਮੋਰੀਆਂ ਦੇ ਹੱਥੋਂ ਖੋਇਆ ਸੀ। ਸਾਮੂਏਲ ਦੀ ਦੂਜੀ ਪੋਥੀ ਅਧਿਆਇ 8। ਇਹਦੇ ਪਿੱਛੋਂ ਇਉਂ ਹੋਇਆ ਕਿ ਦਾਊਦ ਨੇ ਫਿਲਿਸਤੀਆਂ ਨੂੰ ਮਾਰਿਆ ਅਤੇ ਉਹਨਾਂ ਨੂੰ ਜਿੱਤ ਲਿਆ ਅਤੇ ਦਾਊਦ ਨੇ ਰਾਜਧਾਨੀ ਫਿਲਿਸਤੀਆਂ ਦੇ ਹੱਥ ਵਿੱਚੋਂ ਖੋਹ ਲਈ ਅਤੇ ਉਸਨੇ ਮੋਵਾਬ ਨੂੰ ਮਾਰਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਡੇਗ ਕੇ ਗਰੀਬ ਨਾਲ ਮਿਣਿਆ, ਅਰਥਾਤ ਦੋ ਸਰੀਬਾਂ ਨਾਲ ਉਹਨਾਂ ਨੂੰ ਮਿਣਿਆ ਜਿਨ੍ਹਾਂ ਦਾ ਨਾਸ ਕੀਤਾ ਅਤੇ ਇੱਕ ਪੂਰੀ ਜਰੀਬ ਨਾਲ ਉਹਨਾਂ ਨੂੰ ਮਿਣਿਆ ਜੋ ਜਿਉਂਦੇ ਛੱਡੇ। ਸੋ ਮੋਵਾਬੀ ਦਾਊਦ ਦੇ ਟਹਿਲੀਏ ਬਣੇ ਅਤੇ ਨਜ਼ਰ ਲਿਆਏ। ਦਾਊਦ ਨੇ ਮੋਵਾਬ ਦੇ ਰਾਜਾ ਹਰੋਬ ਦੇ ਪੁੱਤਰ ਹਦਦ ਅਸਰ ਨੂੰ ਵੀ ਜਦ ਉਹ ਦਰਿਆ ਉੱਤੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਸੀ ਮਾਰਿਆ ਅਤੇ ਦਾਊਦ ਨੇ ਉਸ ਦੇ 1000 ਅਤੇ 700 ਘੋੜੇ ਚੜੇ ਅਤੇ 20,000 ਪਿਆਦੇ ਫੜ ਲਈ ਅਤੇ ਦਾਊਦ ਨੇ ਰੱਦਾਂ ਦੇ ਸਭਨਾ ਘੋੜਿਆਂ ਦੀਆਂ ਸੜਾਂ ਵੱਢ ਸੁੱਟੀਆਂ, ਪਰ ਉਹਨਾਂ ਵਿੱਚੋਂ 100 ਰੱਦਾਂ ਦੇ ਲਈ ਘੋੜੇ ਰੱਖ ਲਈ। ਅਤੇ ਜਦ ਦਮਿਸ਼ਕ ਦੇ ਅਰਾਮੀ ਸੋਬਾ ਦੇ ਰਾਜਾ ਹਦਦ ਅਜ਼ਾਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਅਰਾਮੀਆਂ ਦੇ 22,000 ਮਨੁੱਖ ਵੱਢ ਸੁੱਟੇ। ਤਾਂ ਦਾਊਦ ਨੇ ਦਮਿਸ਼ਕੀ ਅਰਾਮੀਆਂ ਦੇ ਵਿਚਕਾਰ ਚੌਕੀਆਂ ਬਹਾਲ ਕੀਤੀਆਂ। ਸੋ ਅਰਾਮੀ ਵੀ ਦਾਊਦ ਦੇ ਟਹਿਲੀਏ ਬਣੇ ਅਤੇ ਨਜ਼ਰਾਂ ਲਿਆਏ। ਜਿੱਤੇ ਕਿਤੇ ਦਾਊਦ ਜਾਂਦਾ ਸੀ ਯਹੋਵਾ ਉਹਨੂੰ ਫਤਹ ਬਖਸ਼ਦਾ ਸੀ। ਅਤੇ ਦਾਊਦ ਨੇ ਹਦਦ ਅਜ਼ਰ ਦੇ ਪਹਿਲਵਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਔਰ ਉਹਨਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ ਅਤੇ ਪਠਾ ਅਤੇ ਬਿਰੋਥਈ ਤੋਂ ਜੋ ਹਦਦ ਅਜ਼ਰ ਦੀਆਂ ਸ਼ਹਿਰਾਂ ਵਿੱਚੋਂ ਸਨ ਦਾਊਦ ਪਾਦਸ਼ਾਹ ਢੇਰ ਸਾਰਾ ਪਿੱਤਲ ਲੈ ਆਇਆ। ਜਾਂ ਹਮਾਤ ਦੇ ਰਾਜਾ ਤੋਈ ਨੇ ਸੁਨਿਆ ਜੋ ਦਾਊਦ ਨੇ ਹਦਦ ਅਜ਼ਰ ਦੀ ਸਾਰੀ ਫੌਜ ਨੂੰ ਮਾਰਿਆ ਹੈ, ਤਾਂ ਤੋਈ ਨੇ ਆਪਣੇ ਪੁੱਤਰ ਯੋਰਾਮ ਨੂੰ ਦਾਊਦ ਪਾਦਸ਼ਾਹ ਕੋਲ ਘੱਲਿਆ ਜੋ ਉਸ ਦੀ ਸੁੱਖ ਸੰਤ ਪੁੱਛੇ ਅਤੇ ਵਧਾਈ ਦੇਵੇ, ਕਿਉਂ ਜੋ ਉਸਨੇ ਹਦਦ ਅਜ਼ਰ ਨਾਲ ਲੜਾਈ ਕਰਕੇ ਉਹਨੂੰ ਮਾਰ ਲਿਆ ਸੀ ਅਤੇ ਇਸ ਕਰਕੇ ਵੀ ਜੋ ਹਦਦ ਅਜ਼ਰ ਤੋਈ ਨਾਲ ਲੜਾਈ ਕਰਦਾ ਰਹਿੰਦਾ ਸੀ। ਜੋ ਯੋਰਾਮ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ, ਤਾਂ ਦਾਊਦ ਪਾਦਸ਼ਾਹ ਨੇ ਸਭਨਾ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ ਅਤੇ ਸੋਨੇ ਸਣੇ ਇਹਨਾਂ ਨੂੰ ਵੀ ਯਹੋਵਾ ਲਈ ਪਵਿੱਤਰ ਠਹਿਰਾਇਆ ਸੀ, ਅਰਥਾਤ ਅਰਾਮੀਆਂ, ਮੋਵਾਬੀਆਂ, ਅਮੋਨੀਆਂ, ਫਲਿਸਤੀਆਂ, ਅਮਲੇਕੀਆਂ ਅਤੇ ਸੋਬਾ ਦੇ ਰਾਜਾ ਰਹੋਬ ਦੇ ਪੁੱਤਰ ਹਦਦ ਅਜ਼ਰ ਦੀ ਲੁੱਟ ਵਿੱਚੋਂ ਦਾਊਦ 18,000 ਅਰਾਮੀ ਮਨੁੱਖ ਲੂਣ ਦੀ ਕੰਡ ਵਿੱਚ ਮਾਰ ਕੇ ਮੁੜ ਆਇਆ ਅਤੇ ਵੱਡਾ ਨਾਵ ਪਾਇਆ। ਉਸਨੇ ਅਦੋਮ ਵਿੱਚ ਚੌਕੀਆਂ ਬਿਠਾਈਆਂ,
ਸਗੋਂ ਸਾਰੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮੀ ਵੀ ਦਾਊਦ ਦੇ ਟਹਿਲੀਏ ਬਣੇ ਅਤੇ ਜਿੱਥੇ ਕਿਤੇ ਦਾਊਦ ਗਿਆ ਯਹੋਵਾ ਦਾਊਦ ਨੂੰ ਫਤਹ ਬਖਸ਼ਦਾ ਰਿਹਾ। ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੇ ਸਾਰੀ ਪ੍ਰਜਾ ਦੇ ਉੱਤੇ ਧਰਮ ਦਾ ਨਿਆਂ ਕਰਦਾ ਸੀ ਅਤੇ ਸਰੀਆ ਦਾ ਪੁੱਤਰ ਯੋਆਬ ਸੈਨਾ ਉੱਤੇ ਸੀ ਅਤੇ ਅਹਿਲੂਦ ਦਾ ਪੁੱਤਰ ਯਹੋਸ਼ਾਫਾਤ ਇਤਿਹਾਸ ਦਾ ਲਿਖਾਰੀ ਸੀ। ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਿਆਤਾਰ ਦਾ ਪੁੱਤਰ ਅਹੀਮਲਕ ਜਾਜਕ ਸਨ ਅਤੇ ਸਰਾਇਆ ਲਿਖਾਰੀ ਸੀ ਅਤੇ ਯਹੋਯਾਦਾ ਦਾ ਪੁੱਤਰ ਬਨਿਆ ਖਰੇਤੀਆਂ ਅਤੇ ਫਲੇਤੀਆਂ ਉੱਤੇ ਸੀ ਅਤੇ ਦਾਊਦ ਦੇ ਪੁੱਤਰ ਦੀਵਾਨ ਸਨ। ਜ਼ਬਰਾਂ ਦੀ ਪੋਥੀ ਅਧਿਆਇ 19। ਆਕਾਸ਼ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ ਹਨ ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਹਨਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ, ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ। ਸਾਰੀ ਧਰਤੀ ਵਿੱਚ ਉਹਨਾਂ ਦੀ ਧਾਰ ਪਹੁੰਚਦੀ ਹੈ ਅਤੇ ਸੰਸਾਰ ਦੀਆਂ ਹੱਦਾਂ ਤੀਕਰ ਉਹਨਾਂ ਦੇ ਬੋਲ। ਉਹਨਾਂ ਵਿੱਚ ਉਸਨੇ ਸੂਰਜ ਲਈ ਡੇਰਾ ਲਾਇਆ ਹੈ, ਜਿਹੜਾ ਲਾੜੇ ਵਾਂਗੂ ਆਪਣੀ ਕੋਠੜੀ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। ਆਕਾਸ਼ ਦੇ ਇੱਕ ਸਿਰੇ ਤੋਂ ਉਸਦਾ ਚੜ੍ਹਨਾ ਹੈ ਅਤੇ ਉਸਦਾ ਦੌਰ ਉਹਨਾਂ ਦੇ ਦੂਜੇ ਸਿਰੇ ਤੀਕਰ ਹੈ ਅਤੇ ਉਸਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ। ਯਹੋਵਾ ਦੀ ਵਿਵਸਥਾ ਪੂਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ। ਯਹੋਵਾ ਦੀ ਸਾਖੀ ਸੱਚੀ ਹੈ, ਉਹ ਬੋਲੇ ਨੂੰ ਬੁੱਧਵਾਨ ਕਰਦੀ ਹੈ। ਯਹੋਵਾ ਦੇ ਫਰਮਾਨ ਸਿੱਧੇ ਹਨ, ਉਹ ਦਿਲ ਨੂੰ ਆਨੰਦ ਕਰਦੇ ਹਨ। ਯਹੋਵਾ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ। ਯਹੋਵਾ ਦਾ ਭੈ ਸੁੱਧ ਹੈ, ਉਹ ਸਦਾ ਤੀਕਰ ਕਾਇਮ ਰਹਿੰਦਾ ਹੈ। ਯਹੋਵਾ ਦੇ ਨਿਆਂ ਸੱਤ ਹਨ, ਉਹ ਨਿਰੇ ਪੁਰੇ ਧਰਮ ਹਨ। ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਪਾਉਂਦੇ ਹਨ ਅਤੇ ਸ਼ਹਿਦ ਅਤੇ ਮਖੀਲ ਦੀਆਂ ਚੋਈਆਂ ਨਾਲੋਂ ਵੀ ਮਿੱਠੇ ਹਨ। ਨਾਲੇ ਉਹਨਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ ਔਰ ਉਹਨਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ। ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ? ਤੂੰ ਮੈਨੂੰ ਗੁੱਝੇ ਪਾਪਾਂ ਤੋਂ ਬਰੀ ਕਰ, ਨਾਲੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ। ਉਹ ਮੇਰੇ ਉੱਤੇ ਹਕੂਮਤ ਨਾ ਕਰਨ ਤਾਂ ਮੈਂ ਪੂਰਾ ਉਤਾਰਾਂਗਾ ਅਤੇ ਵੱਡੇ ਅਪਰਾਧ ਤੋਂ ਬਰੀ ਠਹਿਰਾਂਗਾ। हे ਯਹੋਵਾ, ਮੇਰੀ ਚਟਾਨ ਔਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ। ਮਰਕੁਸ ਦੀ ਇੰਜੀਲ ਅਧਿਆਇ 9। ਫਿਰ ਉਸਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਾਈ, ਇਹਨਾਂ ਵਿੱਚੋਂ ਜਿਹੜੇ ਇੱਥੇ ਖੜੇ ਹਨ ਕਈ ਹਨ ਕਿ ਜਦ ਤੀਕਰ ਪਰਮੇਸ਼ਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖਣ, ਕਦੇ ਮੌਤ ਦਾ ਸਵਾਦ ਨਾ ਚੱਖਣਗੇ। ਅਤੇ 6 ਦਿਨਾਂ ਪਿੱਛੋਂ ਯਿਸੂ ਨੇ ਪਤਰਸ ਅਤੇ ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੀ ਪਹਾੜ ਉੱਤੇ ਨਿਰਾਲੇ ਵਿੱਚ ਅਲੱਗ ਲੈ ਗਿਆ ਅਤੇ ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਔਰ ਉਹਦੇ ਕੱਪੜੇ ਚਮਕਣ ਲੱਗੇ ਔਰ ਅਜਿਹੇ ਡਾਢੇ ਚਿੱਟੇ ਹੋ ਗਏ ਕਿ ਜਗਤ ਵਿੱਚ ਕੋਈ ਚੀਬਾਂ ਉਹ ਜਿਹੇ ਚਿੱਟੇ ਨਹੀਂ ਕਰ ਸਕਦਾ। ਅਤੇ ਏਲੀਆ ਮੂਸਾ ਦੇ ਨਾਲ ਉਹਨਾਂ ਨੂੰ ਵਿਖਾਈ ਦਿੱਤਾ ਔਰ ਉਹ ਯਿਸੂ ਨਾਲ ਗੱਲਾਂ ਕਰਦੇ ਸਨ। ਪਤਰਸ ਨੇ ਯਿਸੂ ਨੂੰ ਅੱਗੋਂ ਆਖਿਆ, ਸਵਾਮੀ ਜੀ, ਸਾਡਾ ਇੱਥੇ ਰਹਿਣਾ ਚੰਗਾ ਹੈ, ਸੋ ਅਸੀਂ 3 ਡੇਰੇ ਬਣਾਈਏ, ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਕਿਉਂ ਜੋ ਉਹ ਨਹੀਂ ਜਾਣਦਾ ਸੀ ਭਈ ਕੀ ਉੱਤਰ ਦੇਵੇ, ਇਸ ਲਈ ਜੋ ਉਹ ਬਹੁਤ ਡਰ ਗਏ ਸਨ। ਤਾਂ ਇੱਕ
ਬਦਲ ਨੇ ਉਹਨਾਂ ਉੱਤੇ ਚਾਉ ਕੀਤੀ ਔਰ ਉਸ ਬਦਲ ਵਿੱਚੋਂ ਇੱਕ ਆਵਾਜ਼ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ, ਉਹਦੀ ਸੁਣੋ। ਅਤੇ ਉਹਨਾਂ ਨੇ ਅਚਾਨਕ ਚੁਫੇਰੇ ਨਜ਼ਰ ਕਰਕੇ ਫਿਰ ਹੋਰ ਕਿਸੇ ਨੂੰ ਨਹੀਂ ਪਰ ਯਿਸੂ ਨੂੰ ਇਕੱਲਾ ਆਪਣੇ ਨਾਲ ਡਿੱਠਾ। ਜਾਂ ਉਹ ਪਹਾੜਾਂ ਉਤਰੇ ਆਉਂਦੇ ਸਨ ਤਾਂ ਉਸਨੇ ਉਹਨਾਂ ਨੂੰ ਹੁਕਮ ਕੀਤਾ ਪਈ, ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੱਕ ਤੁਸਾਂ ਜੋ ਕੁਝ ਡਿੱਠਾ ਕਿਸੇ ਨੂੰ ਨਾ ਦੱਸਣਾ। ਅਤੇ ਉਹ ਉਸ ਗੱਲ ਨੂੰ ਆਪਣੇ ਹੀ ਵਿੱਚ ਰੱਖ ਕੇ ਇੱਕ ਦੂਏ ਨਾਲ ਚਰਚਾ ਕਰਨ ਲੱਗੇ ਪਏ, ਮੁਰਦਿਆਂ ਵਿੱਚੋਂ ਜੀ ਉੱਠਣਾ ਹੈ ਕਿ और उन्ना उस अगे अर्ज कीती कि ये ग्रंथी क्यों आखदे हन जो एलिया दा पहला आना जरूर है। उसने उन्होंने कहा एलिया ता ठीक पहला आन के सबो कुछ मुड़ ਸਵਾਰੇਗਾ, ਪਰ ਮਨੁੱਖ ਦੇ ਪੁੱਤਰ ਦੇ ਹੱਕ ਵਿੱਚ ਕਿੱਕਰ ਲਿਖਿਆ ਹੈ ਜੋ ਉਹ ਬਹੁਤ ਦੁੱਖ ਝੇਲੇਗਾ ਅਤੇ ਤੁੱਛ ਗਿਣਿਆ ਜਾਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਏਲੀਆ ਆ ਵੀ ਚੁੱਕਿਆ, ਨਾਲੇ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ ਉਹਨਾਂ ਦੇ ਨਾਲ ਜੋ ਚਾਹਿਆ ਸੋ ਹੀ ਕੀਤਾ। ਜਾਂ ਉਹ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਦੇ ਚੁਫੇਰੀ ਵੱਡੀ ਭੀੜ ਔਰ ਉਹਨਾਂ ਨਾਲ ਗ੍ਰੰਥੀ ਝਗੜਾ ਕਰਦੇ ਦਿੱਤਾ ਅਤੇ ਛੱਟ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹਦੇ ਕੋਲ ਦੌੜ ਕੇ ਉਹਨੂੰ ਪ੍ਰਣਾਮ ਕੀਤਾ। ਤਦ ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇਹਨਾਂ ਨਾਲ ਕੀ ਝਗੜਾ ਕਰਦੇ ਹੋ? ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੁੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ ਔਰ ਉਹ ਜਿੱਤੇ ਕਿਤੇ ਉਸ ਨੂੰ ਫੜਦੀ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਜੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਉਸ ਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਹੇ ਬੈ ਪ੍ਰਤੀਤ ਪੀੜੀ, ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ, ਕਦ ਤੋੜੀ ਤੁਹਾਡੇ ਸਹਾਂਗਾ, ਉਹਨੂੰ ਮੇਰੇ ਕੋਲ ਲਿਆਓ। ਉਹਨੂੰ ਉਸਦੇ ਕੋਲ ਲਿਆਏ ਔਰ ਜਾਂ ਉਸਨੇ ਉਹਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਹ ਪੂਵੇ ਡਿੱਗ ਪਿਆ ਔਰ ਜੱਗ ਛੱਡਦਾ ਹੋਇਆ ਲੇਟਣ ਲੱਗਾ। ਉਸਨੇ ਉਹਦੇ ਪਿਓ ਨੂੰ ਪੁੱਛਿਆ, ਕਿੰਨੇ ਕੁ ਚਿਰ ਤੋਂ ਇਹ ਉਸ ਨੂੰ ਹੋਇਆ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ। ਅਤੇ ਕਈ ਵਾਰੀ ਉਸਨੇ ਇਹਨੂੰ ਅੱਗ ਵਿੱਚ ਔਰ ਪਾਣੀ ਵਿੱਚ ਵੀ ਸੁੱਟਿਆ ਹੈ, ਭਾਈ ਇਹਦਾ ਨਾਸ ਕਰੇ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਕਰਕੇ ਸਾਡੀ ਸਹਾਇਤਾ ਲਈ ਕਰੋ। ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ। ਉਸੇ ਵੇਲੇ ਉਸ ਬਾਲਕ ਦਾ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪਰਤੀਤੀ ਦਾ ਉਪਾਅ ਕਰੋ। ਜਦ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ, ਤਦ ਉਹਨੇ ਪਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੁੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ। ਅਤੇ ਫਿਰ ਕਦੇ ਇਸ ਵਿੱਚ ਨਾ ਵੜੀ। ਤਾਂ ਉਹ ਚੀਖ ਮਾਰ ਕੇ ਔਰ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇਤੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ। ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਜਾਂ ਯਿਸੂ ਘਰ ਵਿੱਚ ਆਇਆ ਤਾਂ ਉਹਦੇ ਚੇਲਿਆਂ ਨੇ ਨਿਰਾਲੇ ਵਿੱਚ ਉਹਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾ ਕਿਸੇ ਹੋਰ ਤਰ੍ਹਾਂ ਨਹੀਂ
ਨਿਕਲ ਸਕਦੀ। ਫਿਰ ਉਹ ਉੱਤੋਂ ਤੁਰ ਪਏ ਔਰ ਗਲੀ ਵਿੱਚੋਂ ਦੀ ਲੰਘ ਗਏ ਅਤੇ ਉਹ ਨਹੀਂ ਚਾਹੁੰਦਾ ਸੀ ਜੋ ਕਿਸੇ ਨੂੰ ਖਬਰ ਹੋਵੇ, ਇਸ ਲਈ ਕਿ ਉਹ ਆਪਣੇ ਚੇਲਿਆਂ ਨੂੰ ਸਿਖਾਉਂਦਾ ਔਰ ਉਹਨਾਂ ਨੂੰ ਆਖਦਾ ਸੀ ਭਈ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੇ ਫੜਵਾਇਆ ਜਾਂਦਾ ਹੈ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਔਰ ਮਾਰੇ ਜਾਣ ਤੋਂ 3 ਦਿਨ ਪਿੱਛੋਂ ਉਹ ਫਿਰ ਜੀ ਉਠੇਗਾ। ਉਹਨਾਂ ਨੇ ਇਹ ਗੱਲ ਨਾ ਸਮਝੀ ਪਰ ਉਹਦੇ ਪੁੱਛਣ ਤੋਂ ਡਰਦੇ ਸਨ। ਫਿਰ ਉਹ ਕਫਰਨਾਉਮ ਵਿੱਚ ਆਏ ਅਤੇ ਜਾਂ ਉਹ ਘਰ ਵਿੱਚ ਸੀ, ਉਸਨੇ ਉਹਨਾਂ ਨੂੰ ਪੁੱਛਿਆ ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸੋ? ਪਰ ਉਹ ਚੁੱਪ ਹੀ ਰਹੇ, ਇਸ ਲਈ ਜੋ ਉਹਨਾਂ ਨੇ ਰਾਹ ਵਿੱਚ ਇੱਕ ਦੂਏ ਨਾਲ ਇਹ ਬਹਿਸ ਕੀਤੀ ਸੀ ਜੋ ਵੱਡਾ ਖੇੜਾ ਹੈ। ਫਿਰ ਉਹਨੇ ਬੈਠ ਕੇ ਉਹਨਾਂ 12 ਨੂੰ ਦੱਸਿਆ ਅਤੇ ਉਹਨਾਂ ਨੂੰ ਆਖਿਆ ਜੇ ਕੋਈ ਪਹਿਲਾ ਹੋਣਾ ਚਾਹੇ ਤਾਂ ਉਹ ਸਭਨਾਂ ਤੋਂ ਪਿਛਲਾ ਅਤੇ ਸਭਨਾਂ ਦਾ ਪਹਿਲਵਾ ਹੋਵੇ ਅਤੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਸ ਨੂੰ ਉਹਨਾਂ ਦੇ ਵਿਚਾਲੇ ਖੜਾ ਕੀਤਾ। ਫਿਰ ਉਸ ਨੂੰ ਖੁੱਜੜ ਚੁੱਕ ਕੇ ਉਹਨਾਂ ਨੂੰ ਕਿਹਾ ਜੋ ਕੋਈ ਮੇਰੇ ਨਾਮ ਕਰਕੇ ਅਜਿਹੀਆਂ ਬਾਲਕਾਂ ਵਿੱਚੋਂ ਇੱਕ ਨੂੰ ਕਬੂਲ ਕਰੇ ਸੋ ਮੈਨੂੰ ਕਬੂਲ ਕਰਦਾ ਹੈ ਅਤੇ ਜੋ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ। ਯੂਹੰਨਾ ਨੇ ਉਹਨੂੰ ਆਖਿਆ ਗੁਰੂ ਜੀ ਅਸੀਂ ਇੱਕ ਨੂੰ ਤੇਰੇ ਨਾਮ ਨਾਲ ਭੂਤ ਕੱਢਦੇ ਵੇਖਿਆ ਅਤੇ ਉਹਨੂੰ ਵਰਚਿਆ, ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ। ਪਰ ਯਿਸੂ ਨੇ ਕਿਹਾ ਉਹਨੂੰ ਨਾ ਵਰਜੋ, ਕਿਉਂ ਜੋ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈ ਕੇ ਕਰਾਮਤ ਕਰੇ ਔਰ ਉਵੇਂ ਮੈਨੂੰ ਬੁਰਾ ਕਹਿ ਸਕੇ। ਜਿਹੜਾ ਸਾਡੇ ਵਿਰੋਧ ਨਹੀਂ ਉਹ ਸਾਡੀ ਵੱਲ ਹੈ, ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਕਟੋਰਾ ਪਾਣੀ ਦਾ ਪੀਣ ਨੂੰ ਦੇਵੇ ਇਸ ਕਰਕੇ ਜੋ ਤੁਸੀਂ ਮਸੀਹ ਦੇ ਹੋ, ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਉਹ ਆਪਣਾ ਫਲ ਪਾਏ ਬਿਨਾ ਕਦੇ ਨਾ ਰਹੇਗਾ। ਅਤੇ ਜੋ ਕੋਈ ਇਨ੍ਹਾਂ ਛੋਟੀਆਂ ਵਿੱਚੋਂ ਜਿਹੜੇ ਮੇਰੇ ਉੱਤੇ ਨੇਚਾ ਕਰਦੇ ਹਨ ਇੱਕ ਨੂੰ ਟੋਕਰ ਖਵਾਵੇ ਉਹਦੇ ਲਈ ਭਲਾ ਹੁੰਦਾ। ਜੋ ਕਰਾਸ ਦਾ ਪੁੜ ਉਹਦੇ ਗਲ ਵਿੱਚ ਬੰਨਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ, ਔਰ ਜੇ ਤੇਰਾ ਹੱਥ ਤੈਨੂੰ ਟੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ। ਬੁੱਢਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ 2 ਹੱਥ ਹੁੰਦਿਆਂ ਤੂੰ ਨਰਕ ਵਿੱਚ ਉਸ ਅੱਗ ਵਿੱਚ ਜਾਵੇਂ ਜਿਹੜੀ ਪੁੱਜਣ ਵਾਲੀ ਨਹੀਂ। ਅਤੇ ਜੇ ਤੇਰਾ ਪੈਰ ਤੈਨੂੰ ਟੋਕਰ ਖਵਾਵੇ ਤਾਂ ਉਹਨੂੰ ਵੱਢ ਸੁੱਟ। ਲੰਗੜਾ ਹੋ ਕੇ ਜੀਵਨ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ 2 ਪੈਰਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। ਅਤੇ ਜੇ ਤੇਰੀ ਅੱਖ ਤੈਨੂੰ ਟੋਕਰ ਖਵਾਵੇ ਤਾਂ ਉਹਨੂੰ ਕੱਢ ਸੁੱਟ। ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ 2 ਅੱਖਾਂ ਹੁੰਦੀਆਂ ਤੂੰ ਨਰਕ ਵਿੱਚ ਸੁੱਟਿਆ ਜਾਵੇ, ਜਿੱਥੇ ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਪੁੱਜਦੀ, ਕਿਉਂਕਿ ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ। ਲੂਣ ਅੱਛਾ ਹੈ, ਪਰ ਜੇ ਲੂਣ ਬੇਸਵਾਦ ਹੋ ਜਾਏ ਤਾਂ ਤੁਸੀਂ ਉਹਨੂੰ ਖਾਸ ਨਾਲ ਸਵਾਦੀ ਕਰੋਗੇ। ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਏ ਨਾਲ ਮਿਲੇ ਰਹੋ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 48, ਇਸ ਵਿੱਚ ਆਪਾਂ ਵੇਖਦੇ ਹਾਂ ਯਾਕੂਬ ਯੂਸਫ ਦੇ ਪੁੱਤਰਾਂ ਨੂੰ ਬਰਕਤ ਦੇ ਰਿਹਾ। ਜਦ ਉਹ ਬਰਕਤ ਦੇ ਰਿਹਾ ਉਹਨਾਂ ਗੱਲਾਂ ਨੂੰ ਚੇਤੇ ਕਰਦੇ ਹੋਏ ਬਰਕਤ ਦੇ ਰਿਹਾ ਜਿਹੜੀਆਂ ਗੱਲਾਂ ਪਰਮੇਸ਼ਰ ਨੇ ਯਹੋਵਾ ਪਰਮੇਸ਼ਰ ਨੇ ਯਾਕੂਬ ਨੂੰ ਆਸੀਸ ਦੇ ਤੌਰ ਤੇ ਦਿੱਤਾ ਸੀ। ਇਸੇ ਪ੍ਰਕਾਰ ਦੂਸਰੇ ਸਮੂਏਲ ਦੀ ਕਿਤਾਬ ਅਧਿਆਇ 8 ਦੇ ਵਿੱਚ ਵੇਖਦੇ ਹਾਂ ਦਾਊਦ ਫਿਲਿਸਤੀਆਂ, ਮੋਆਬੀਆਂ, ਅਰਾਮੀਆਂ, ਅਦੋਮੀਆਂ ਨੂੰ ਮਾਰਦਾ ਨਾਸ ਕਰਕੇ ਉਹਨਾਂ ਦੇ ਸਾਰੇ ਇਲਾਕੇ ਨੂੰ ਇਸਰਾਏਲ ਦੇ ਲਈ ਮਿਲਕ ਬਣਾ ਰਿਹਾ। ਜਦ ਇਸਰਾਏਲੀਆਂ ਨੂੰ
ਮਿਸਰ ਤੋਂ ਪਰਮੇਸ਼ਰ ਨੇ ਲੈ ਆਇਆ, ਉਸ ਕਾਨਾਨ ਦੇਸ਼ ਦੇ ਵਿੱਚ ਇਹ ਸਾਰੇ ਵਸਦੇ ਸਨ। ਇਹ ਸਾਰੇ ਇਸਰਾਏਲ ਦੇ ਰਾਹੀਂ ਨਾਸ ਨਹੀਂ ਕੀਤੇ ਗਏ। ਉਹ ਸਾਰੇ ਇਸਰਾਏਲ ਦੇ ਲਈ ਦੁਖੀ ਦੇਣ ਵਾਲੇ ਬਣ ਕੇ ਰਹਿੰਦੇ ਸੀ। ਇਨ੍ਹਾਂ ਸਭਨਾਂ ਤੋਂ ਦਾਊਦ ਇਸਰਾਏਲੀਆਂ ਨੂੰ ਬਚਾਉਂਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਜੋ ਉਹ ਵਾਅਦਾ ਯਹੋਵਾ ਪਰਮੇਸ਼ਰ ਮੂਸਾ ਨੂੰ ਕੀਤਾ ਸੀ, ਉਹ ਵਾਅਦਾ ਦਾਊਦ ਦੇ ਦੁਆਰਾ ਇਸ ਅਧਿਆਇ ਦੇ ਵਿੱਚ ਪੂਰਾ ਹੁੰਦੇ ਹੋਏ ਵੇਖਦੇ ਹਾਂ। ਤਾਂ ਕਰਕੇ ਜ਼ਬੂਰ 19 ਦੇ ਵਿੱਚ ਦਾਊਦ ਇਸ ਪ੍ਰਕਾਰ ਲਿਖਦਾ ਹੈ ਕਿ ਆਕਾਸ਼ ਅਤੇ ਧਰਤੀ ਪਰਮੇਸ਼ਰ ਦਾ ਵਰਣਨ ਕਰਦੇ ਹਨ। ਦਿਨ ਦਿਨ ਨਾਲ, ਰਾਤ ਰਾਤ ਨਾਲ ਬੋਲਦੀਆਂ ਹਨ। ਉਹਦੀ ਆਵਾਜ਼ ਆਪਾਂ ਨੂੰ ਸੁਣਾਈ ਨਹੀਂ ਦਿੰਦਾ, ਪਰ ਉਹਦੀਆਂ ਆਵਾਜ਼ ਧਰਤੀ ਦੇ ਹੱਦਾਂ ਤੱਕ ਪਹੁੰਚਦਾ। ਧਰਤੀ ਉਹਦੀਆਂ ਗੱਲਾਂ ਨੂੰ ਸੁਣ ਕੇ ਜੋ ਪਰਮੇਸ਼ਰ ਨੇ ਕਿਹਾ ਉਸ ਨੂੰ ਕਰਨਾ ਸ਼ੁਰੂ ਕਰਦੀ ਕਰਕੇ। ਇਸੇ ਅਧਿਆਇ ਦੇ ਵਿੱਚ ਦਾਊਦ ਇੱਕ ਹੋਰ ਗੱਲ ਨੂੰ ਵੀ ਲਿਖਦਾ, ਯਹੋਵਾ ਦਾ ਵਿਵਸਥਾ ਦਿਲ ਨੂੰ ਨਰੋਇਆ ਕਰਦਾ ਅਤੇ ਇਨਸਾਨ ਨੂੰ ਜਾਣ ਦਿੰਦਾ। ਉਹਦੇ ਫਰਮਾਨਾਂ ਦੇ ਵਿੱਚ ਇਨਸਾਨ ਜਾਣ ਪਾਉਂਦਾ ਅਤੇ ਉਹਦੇ ਨਿਆਂ ਦੇ ਕਾਰਨ ਉਹਦੀ ਜ਼ਿੰਦਗੀ ਬਹੁਤਾਇਤ ਮਿਠਾਸ ਨਾਲ ਭਰ ਜਾਂਦੀ ਕਰਕੇ। ਦਾਊਦ ਇਸ ਅਧਿਆਇ ਦੇ ਰਾਹੀਂ ਆਪਾਂ ਨੂੰ ਸਿਖਾਉਂਦਾ ਹੈ ਕਿ ਯਹੋਵਾ ਪਰਮੇਸ਼ਰ ਜਦ ਉਹਦੀਆਂ ਵਾਅਦਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਕਰੇਗਾ, ਉਦੋਂ ਆਪਣੀ ਸਾਰੀ ਜੀਵਨ ਪ੍ਰਭੂ ਪਰਮੇਸ਼ਰ ਦੇ ਵਿੱਚ ਆਨੰਦ ਨੂੰ, ਖੁਸ਼ੀ ਨੂੰ ਪਾਓਗੀ। ਇਸੇ ਪ੍ਰਕਾਰ ਮਰਕੁਸ ਦੀ ਇੰਜੀਲ ਅਧਿਆਇ 9 ਦੇ ਵਿੱਚ ਵੇਖਦੇ ਹਾਂ, ਪ੍ਰਭੂ ਯਿਸੂ ਮਸੀਹ ਜਿਸ ਕਾਰਨ ਇਸ ਧਰਤੀ ਉੱਤੇ ਆਇਆ, ਉਸ ਗੱਲ ਨੂੰ ਉਹਦੇ ਚੇਲਿਆਂ ਨੂੰ ਦੱਸਦਾ ਅਤੇ ਉਹ ਕਾਸ ਚੇਲਿਆਂ ਦੇ ਸਨਮੁਖ ਰੂਪ ਦੇ ਵਿੱਚ ਬਦਲ ਰਿਹਾ। ਉਹਦੇ ਨਾਲ ਮੂਸਾ ਅਤੇ ਏਲੀਆ ਗੱਲ ਕਰਦੇ ਹਨ, ਫਿਰ ਵੀ ਉਹ ਉਸ ਗੱਲ ਨੂੰ ਸਮਝ ਨਹੀਂ ਪਾਉਂਦੇ ਪ੍ਰਭੂ ਯਿਸੂ ਮਸੀਹ ਕੌਣ। ਉਹ ਆਖਦੇ ਆਪਾਂ ਉਰੇ ਰਹਿਣਾ ਚੰਗਾ ਹੈ, ਆਪਾਂ ਆਪਣੇ ਲਈ ਉਰੇ ਡੇਰੇ ਬਣਾ ਕੇ ਉਰੇ ਰਹਾਂਗੇ। ਪਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਤਾਕੀਦ ਕਰਦਾ ਹੈ ਕਿ ਤੁਸੀਂ ਜਦ ਤੱਕ ਮੈਂ ਜੀ ਉੱਠ ਕੇ ਨਹੀਂ ਆਵਾਂਗਾ, ਉਦੋਂ ਤੱਕ ਇਹਨਾਂ ਗੱਲਾਂ ਨੂੰ ਲੋਕਾਂ ਦੇ ਵਿਚਕਾਰ ਪ੍ਰਗਟ ਨਹੀਂ ਕਰਨੀ। ਉਹ ਉਦੋਂ ਵੀ ਉਹਦੀਆਂ ਗੱਲਾਂ ਨੂੰ ਨਹੀਂ ਸਮਝਦੇ। ਆਖਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਖਦਾ ਹੈ ਕਿ ਜੇ ਕੋਈ ਵੀ ਤੁਹਾਡੇ ਅੰਗਾਂ ਤੁਹਾਨੂੰ ਉਸ ਸਵਰਗ ਦੀਆਂ ਗੱਲਾਂ ਨੂੰ ਪਾਉਣ ਦੇ ਲਈ ਰੁਕਾਵਟ ਬਣੇ, ਉਹਨਾਂ ਅੰਗਾਂ ਨੂੰ ਕੱਢ ਸੁੱਟੋ ਤਾਂ ਕਿ ਤੁਸੀਂ ਉਸ ਸਵਰਗ ਰਾਜ ਦੀ ਖੁਸ਼ੀ ਵਿੱਚ ਵੜ ਸਕੇ। ਇਹਨਾਂ ਸਾਰੇ ਅਧਿਆਇ ਦੇ ਰਾਹੀਂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੈ ਕਿ ਮੈਂ ਤੁਹਾਡੇ ਲਈ ਕੀਤਾ ਹੋਇਆ ਉਹਨਾਂ ਵਾਅਦਾ ਨੂੰ ਲੰਬੇ ਚਿਰ ਤੋਂ ਬਾਅਦ ਵੀ ਪੂਰਾ ਕਰਾਂਗਾ, ਪਰ ਤੁਸੀਂ ਉਸ ਵਾਅਦਾ ਨੂੰ ਪਾਉਣ ਲਾਇਕ ਬਣੋ। ਤੁਹਾਡੀ ਚਿੱਤ, ਤੁਹਾਡੇ ਸਰੀਰ, ਤੁਹਾਡੇ ਮਨ ਸਦਾ ਉਸ ਵਾਅਦੇ ਨੂੰ ਪਾਉਣ ਦੇ ਯੋਗਾ ਕੰਮ ਕਰਨ, ਨਾ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਵਾਅਦਾ ਪੂਰੀ ਨਹੀਂ ਹੋਣੀ ਸੋਚ ਕੇ ਆਪਣੀਆਂ ਮਨ ਪਾਉਣੀਆਂ ਗੱਲਾਂ ਨੂੰ ਨਾ ਕਰੋ। ਪ੍ਰਭੂ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।